ਜਿਵੇਂ ਭਾਈ ਜਗਦੇਵ ਸਿੰਘ ਜੀ ਹੈੱਡ ਪ੍ਰਚਾਰਕ ਹੋਰਾਂ ਨੇ ਆਪ ਜੀ ਨੂੰ ਬੇਨਤੀ ਕੀਤੀ ਸੀ, ਜਿੰਨਾ ਵੱਡਾ ਸੰਗਤਾਂ ਦਾ ਇਕੱਠ ਹੈ ਓਨੇ ਹੀ ਜੋਸ਼ ਅਤੇ ਉਤਸ਼ਾਹ ਨਾਲ ਫਿਰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ, ਗੁਰੂ ਸਾਹਿਬ ਦਾ ਓਟ ਆਸਰਾ ਲੈਣ ਲਈ ਸਾਰੇ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰੀ ਹੋਰ ਕਿਰਪਾ ਕਰੋ, ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਵਾਲਾ ਜਿਹੜਾ ਸ਼ਬਦ ਹੈ ਭੱਟ ਸਾਹਿਬਾਨਾਂ ਵੱਲੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸਵਈਆ ਹੈ। ਭੱਟ ਜੀ ਕਹਿੰਦੇ ਨੇ, ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਇਹ ਹੈ ਅੱਜ ਦਾ ਜੋ ਵਿਸ਼ਾ ਰੱਖਿਆ ਹੈ ਪ੍ਰਬੰਧਕ ਵੀਰਾਂ ਨੇ। ਅਬ ਤੋਂ ਭਾਵ ਹੈ ਹੁਣ। ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ, ਹੁਣ ਗੁਰੂ ਰਾਮਦਾਸ ਜੀ ਨੂੰ ਵਡਿਆਈ ਮਿਲ ਗਈ। ਸਵਾਲ ਪੈਦਾ ਹੁੰਦਾ ਵੀ ਜੇ ਹੁਣ ਗੁਰੂ ਰਾਮਦਾਸ ਨੂੰ ਵਡਿਆਈ ਮਿਲੀ ਹੈ ਤੇ ਇਹਦਾ ਭਾਵ ਹੋਇਆ ਵੀ ਇਹਨਾਂ ਤੋਂ ਪਹਿਲਾਂ ਵੀ ਕਿਸੇ ਨੂੰ ਵਡਿਆਈ ਮਿਲੀ, ਜਿਹੜੀ ਗੁਰੂ ਰਾਮਦਾਸ ਨੂੰ ਵਡਿਆਈ ਮਿਲੀ। ਧੰਨ ਗੁਰੂ ਰਾਮਦਾਸ ਜੀ ਤੋਂ ਪਹਿਲਾਂ ਜਿਨ੍ਹਾਂ ਨੂੰ ਵਡਿਆਈ ਮਿਲੀ ਉਹਨਾਂ ਦਾ ਜ਼ਿਕਰ ਇਸ ਪਾਵਨ ਸ਼ਬਦ ਦੇ ਭੱਟ ਸਾਹਿਬਾਨਾਂ ਕੀਤਾ ਹੈ। ਪਰਮੇਸ਼ਰ ਵੱਲੋਂ ਸਭ ਤੋਂ ਪਹਿਲਾਂ ਵਡਿਆਈ ਮਿਲੀ, ਨਾਨਕ ਨਾਮ ਨਿਰੰਜਨ ਜਾਣਿਓ। ਭੱਟ ਜੀ ਕਹਿੰਦੇ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਪਰਮੇਸ਼ਰ ਦੇ ਨਾਮ ਨੂੰ ਪਛਾਣ ਲਿਆ, ਪਰਮੇਸ਼ਰ ਦੇ ਨਾਮ ਨਾਲ ਸਾਂਝ ਪਾ ਲਈ। ਸਾਧ ਸੰਗਤ ਇੱਕ ਗੱਲ ਯਾਦ ਰੱਖੀਏ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ ਇੱਕੋ ਚੀਜ਼ ਦੀ ਮਹਾਨਤਾ ਹੈ, ਇੱਕੋ ਹੀ ਗੱਲ ਪ੍ਰਧਾਨ ਹੈ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ। ਨਾਨਕ ਕੈ ਘਰ ਕੇਵਲ ਨਾਮ, ਕੇਵਲ ਪਰਮੇਸ਼ਰ ਦੇ ਨਾਮ ਦੀ ਹੀ ਪ੍ਰਧਾਨਗੀ ਹੈ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਕਲ ਮਹਿ ਰਾਮ ਨਾਮ ਸਾਰ। ਜੇ ਇਸ ਜਗਤ ਵਿੱਚ, ਵੈਸੇ ਕਲ ਤੋਂ ਭਾਵ ਕਲਯੁਗ ਹੁੰਦਾ ਹੈ, ਪਰ ਵਿਦਵਾਨ ਸੱਜਣਾਂ ਦਾ ਖਿਆਲ ਹੈ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਇਸ ਜਗਤ ਵਿੱਚ ਜੇ ਕੋਈ ਸਭ ਤੋਂ ਸ੍ਰੇਸ਼ਟ ਚੀਜ਼ ਹੈ ਤੇ ਉਹ ਹੈ ਕਲ ਮੈਂ ਰਾਮ ਨਾਮ ਸਾਰ। ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ। ਕੋਈ ਨੱਕ ਪਕੜ ਲਏ, ਅੱਖਾਂ ਬੰਦ ਕਰ ਲਏ, ਕੇਵਲ ਉਸ ਸੰਸਾਰ ਨੂੰ ਠੱਗਣ ਵਾਸਤੇ ਤੇ ਹੋ ਸਕਦਾ, ਪਰ ਪ੍ਰਧਾਨਗੀ ਇੱਥੇ ਕੇਵਲ ਨਾਮ ਦੀ ਹੈ। ਹਜ਼ੂਰ ਦਾ ਇੱਕ ਸ਼ਬਦ ਹੈ, ਕਲਯੁਗ ਮੈਂ ਰਾਮ ਨਾਮ ਹੈ ਸਾਰ। ਗੁਰਮੁਖ ਸਾਚਾ ਲਾਗਿਆ ਪਿਆਰ। ਕਲਯੁਗ ਦੇ ਵਿੱਚ ਕੇਵਲ ਨਾਮ ਹੀ ਪ੍ਰਧਾਨ ਹੈ। ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਧਾਂ ਦੇ ਕੋਲ ਗਏ ਨੇ, ਉਹਨਾਂ ਨੇ ਕਰਾਮਾਤਾਂ ਵਿਖਾਈਆਂ। ਜਦੋਂ ਉਹਨਾਂ ਦੀਆਂ ਕਰਾਮਾਤਾਂ ਮਾਤ ਪੈ ਗਈਆਂ ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ, ਸਿੱਧੋ ਸਮੇਰ ਪਰਬਤ, ਇਹ ਜਿਹੜੀਆਂ ਤੁਸੀਂ ਰਿੱਧੀਆਂ ਸਿੱਧੀਆਂ ਦਿਖਾਉਂਦੇ ਹੋ, ਮੇਰੇ ਰੱਬ ਦੇ ਰਾਹ ਤੇ ਇਹਨਾਂ ਦਾ ਕੌਡੀ ਮੁੱਲ ਨਹੀਂ। ਹਾਂ, ਆਪਣੇ ਜਾਲ ਵਿੱਚ ਤੇ ਤੁਸੀਂ ਲੋਕਾਂ ਨੂੰ ਫਸਾ ਸਕਦੇ ਹੋ, ਭੋਲੇ ਭਾਲੇ ਲੋਕਾਂ ਨੂੰ, ਪਰ ਮਹਾਰਾਜ ਕਹਿੰਦੇ ਨੇ ਇਸ ਕਲਯੁਗ ਦੇ ਵਿੱਚ ਜੇ ਕੋਈ ਸੁਖ ਦੇਣ ਵਾਲੀ ਚੀਜ਼ ਹੈ ਤੇ ਉਹ ਹੈ ਕਲਯੁਗ ਨਾਨਕ ਨਾਮ ਸੁਖਾਲਾ। ਬਸ ਪਰਮੇਸ਼ਰ ਦਾ ਨਾਮ ਹੀ ਹੈ ਜਿਹੜਾ ਸੁਖ ਦੇਣ ਵਾਲਾ।
ਇੱਕ ਤਾਂ ਹਜ਼ੂਰ ਕਹਿੰਦੇ ਨੇ ਕਲਮੇ ਰਾਮ ਨਾਮ ਵਡਿਆਈ। ਜੇ ਕਲਯੁਗ ਦੇ ਵਿੱਚ ਇਸ ਜਗਤ ਵਿੱਚ ਕਿਸੇ ਨੂੰ ਵਡਿਆਈ ਮਿਲੀ ਹੈ ਤਾਂ ਪਰਮੇਸ਼ਰ ਦਾ ਨਾਮ ਜਪਣ ਕਰਕੇ ਵਡਿਆਈ ਮਿਲੀ ਹੈ। ਭੱਟ ਜੀ ਕਹਿੰਦੇ ਨੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਪਰਮੇਸ਼ਰ ਦੇ ਨਾਮ ਨਾਲ ਸਾਂਝ ਪਾ ਲਈ, ਪਛਾਣ ਲਿਆ ਪਰਮੇਸ਼ਰ ਦਾ ਨਾਮ। ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਪ੍ਰੇਮ ਭਗਤ, ਕੀਨੀ ਭਗਤ ਪ੍ਰੇਮ ਲਿਵ ਲਾਈ। ਬੜੇ ਧਿਆਨ ਨਾਲ ਸੁਣਨਾ, ਭੱਟ ਜੀ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਨੇ ਪ੍ਰੇਮਾ ਭਗਤੀ ਕੀਤੀ ਔਰ ਪ੍ਰੇਮ ਨਾਲ ਲਿਵ ਲਾਈ ਉਸ ਪਰਮੇਸ਼ਰ ਦੇ ਨਾਲ। ਸਾਧ ਸੰਗਤ ਮੈਨੂੰ ਮੁਆਫ ਕਰਨਾ, ਇੱਥੇ ਸਿਰਫ ਭਗਤੀ ਦਾ ਜ਼ਿਕਰ ਨਹੀਂ ਕੀਤਾ, ਇੱਥੇ ਪ੍ਰੇਮਾ ਭਗਤੀ ਦੀ ਗੱਲ ਕੀਤੀ ਹੈ ਭੱਟ ਸਾਹਿਬਾਨਾਂ ਨੇ। ਮੈਂ ਤੁਹਾਡੀ ਗੱਲ ਨਹੀਂ ਕਰਦਾ, ਆਪਣੇ ਵਰਗਿਆਂ ਦੀ ਕਰਦਾ। ਜਦੋਂ ਅਸੀਂ ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਗੁਰਦੁਆਰਾ ਸਾਹਿਬ ਜਾਂਦੇ ਹਾਂ, ਸੇਵਾ ਕਰਦੇ ਹਾਂ, ਸਾਡੇ ਮਨ ਵਿੱਚ ਕਈ ਇੱਛਾਵਾਂ ਹੁੰਦੀਆਂ ਨੇ, ਕਈ ਸਾਨੂੰ ਲੋੜਾਂ ਹੁੰਦੀਆਂ ਨੇ। ਕਈ ਵਾਰੀ ਤੇ ਇਹ ਵੀ ਕਿਹਾ ਜਾਂਦਾ ਵੀ ਐਸ ਬਾਣੀ ਦਾ ਪਾਠ ਕਰੋਗੇ ਤੇ ਆਹ ਫਲ ਮਿਲੇਗਾ, ਐਸ ਬਾਣੀ ਦਾ ਪਾਠ ਕਰੋਗੇ ਤੇ ਆਹ ਫਲ ਮਿਲੇਗਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਾ ਭਾਈ, ਸਾਰੀ ਗੁਰਬਾਣੀ ਸਾਰੇ ਫਲ ਦੇਣ ਵਾਲੀ ਹੈ। ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ। ਭਾਈ ਗੁਰਬਾਣੀ ਤੇ ਸਾਰੀ ਸੁਖ ਦੇਣ ਵਾਲੀ ਹੈ, ਗੁਰਬਾਣੀ ਤੇ ਸਾਰੀ ਹੀ ਫਲ ਦੇਣ ਵਾਲੀ ਹੈ। ਸਾਧ ਸੰਗਤ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ, ਉਹਨਾਂ ਨੇ ਪ੍ਰੇਮਾ ਭਗਤੀ ਕੀਤੀ ਤੇ ਪਰਮੇਸ਼ਰ ਨਾਲ ਲਿਵ ਲਾਈ ਰੱਖੀ। ਸ਼੍ਰੀ ਰਾਗ ਵਿੱਚ ਇੱਕ ਸ਼ਬਦ ਹੈ ਮਹਾਰਾਜ ਦਾ, ਬੜੇ ਧਿਆਨ ਨਾਲ ਸੁਣਨਾ। ਪਰਮੇਸ਼ਰ ਨਾਲ ਪ੍ਰੀਤ ਕਿਵੇਂ ਪਾਉਣੀ ਹੈ, ਪਰਮੇਸ਼ਰ ਨਾਲ ਪਿਆਰ ਕਿਵੇਂ ਪਾਉਣਾ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਹੋਰੀ ਆਏ ਨੇ। ਅਸੀਂ ਸੰਗਤ ਵੱਲੋਂ ਉਹਨਾਂ ਨੂੰ ਜੀ ਆਇਆ ਆਖਦੇ ਹਾਂ। ਸਾਰੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਬੜੇ ਧਿਆਨ ਨਾਲ ਸੁਣਨਾ। ਭੱਟ ਜੀ ਕਹਿੰਦੇ ਨੇ ਪ੍ਰੇਮਾ ਭਗਤੀ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਨੇ। ਇੱਕ ਹਜ਼ੂਰ ਦਾ ਸ਼ਬਦ ਹੈ, ਰੇ ਮਨ ਐਸੀ ਹਰਸੋਂ ਪ੍ਰੀਤ ਕਰ ਜੈਸੀ ਜਲ ਕਮਲੇ। ਪਰਮੇਸ਼ਰ ਨਾਲ ਪ੍ਰੀਤ ਕਰਨੀ ਹੈ ਤੇ ਇਸ ਤਰ੍ਹਾਂ ਦੀ ਕਰ ਜਿਵੇਂ ਕਮਲ ਦੇ ਫੁੱਲ ਦੀ ਪ੍ਰੀਤ, ਕਮਲ ਦੇ ਫੁੱਲ ਦੀ ਜਿਹੜੀ ਪ੍ਰੀਤ ਹੈ ਉਹ ਜਲ ਦੇ ਨਾਲ ਹੁੰਦੀ ਹੈ ਨਾ, ਇਸ ਤਰ੍ਹਾਂ ਤੂੰ ਪਰਮੇਸ਼ਰ ਨਾਲ ਪ੍ਰੀਤ ਕਰ। ਲਹਿਰੀ ਨਾਲ ਪਛਾੜੀਐ ਭੀ ਵਿਕਸੈ ਅਸਨੇ। ਜਿਹੜਾ ਕੌਲ ਦਾ ਫੁੱਲ ਹੁੰਦਾ ਨਾ, ਕਬਲ ਦਾ ਫੁੱਲ। ਅਸਾਸਮ ਇਹ ਸਿੰਘ ਸਾਹਿਬ ਜੀ ਆਏ ਨੇ, ਜੀਆਂ ਆਖਦੇ ਆ, ਤੁਸੀਂ ਥੋੜ੍ਹੀ ਤਵੱਜੋ ਬਖਸ਼ੋ। ਬਾਬਾ ਨਾਨਕ ਜੀ ਕਹਿੰਦੇ ਨੇ ਜੇ ਪਰਮੇਸ਼ਰ ਨਾਲ ਪ੍ਰੇਮ ਪਾਉਣਾ ਹੈ, ਪਰਮੇਸ਼ਰ ਨਾਲ ਪ੍ਰੀਤ ਪਾਉਣੀ ਆ ਤੇ ਕਮਲ ਦੇ ਫੁੱਲ ਕੋਲੋਂ ਸਿੱਖੋ। ਕਮਲ ਦੇ ਫੁੱਲ ਕੋਲ ਰੇ ਮਨ ਐਸੀ ਹਰਸੋਂ ਪ੍ਰੀਤ ਕਰ ਜੈਸੀ ਜਲ ਕਮਲੇ। ਲਹਿਰੀ ਨਾਲ ਪਛਾੜੀਏ ਪੀ ਵਿਕਸੈ ਅਸਲੇ। ਜਿਹੜਾ ਪਾਣੀ ਹੁੰਦਾ ਨਾ, ਪਾਣੀ ਦੀਆਂ ਲਹਿਰਾਂ ਕਮਲ ਦੇ ਫੁੱਲ ਦੇ ਬੂਟੇ ਨੂੰ ਠੋਕਰਾਂ ਮਾਰਦੀਆਂ ਔਰ 24 ਘੰਟੇ ਠੋਕਰਾਂ ਮਾਰਦਾ ਰਹਿੰਦਾ ਪਾਣੀ ਕਮਲ ਦੇ ਫੁੱਲ ਨੂੰ। ਬਾਬਾ ਨਾਨਕ ਜੀ ਕਹਿੰਦੇ ਫੇਰ ਵੀ ਖਿੜਿਆ ਰਹਿੰਦਾ। ਦਿਨ ਰਾਤ ਪਾਣੀ ਉਹਨੂੰ ਆਪਣੀਆਂ ਲਹਿਰਾਂ ਦੀਆਂ ਠੋਕਰਾਂ ਮਾਰਦਾ, ਭੀ ਵਿਕਸੈ ਅਸਨੇ, ਫੇਰ ਵੀ ਖਿੜਿਆ ਰਹਿੰਦਾ। ਮੈਂ ਤੁਹਾਡੀ ਗੱਲ ਨਹੀਂ ਕਰਦਾ, ਮੈਂ ਬਹੁਤ ਆਪਣੇ ਵਰਗਿਆਂ ਦੀ ਕਰਨਾ ਵੀ ਜੇ ਕਿਤੇ ਨਿਤਨੇਮ ਕਰਨ ਵਾਲੇ ਸਿੱਖ ਨੂੰ, ਗੁਰਦੁਆਰਾ ਸਾਹਿਬ ਜਾਣ ਵਾਲੇ ਸਿੱਖ ਨੂੰ ਕਿਤੇ ਕੋਈ 2-4 ਦਿਨ ਬੁਖਾਰ ਚੜ੍ਹ ਜਾਏ ਤੇ ਸ਼ੱਕ ਪੈਂਦਾ ਵੀ ਕਿਤੇ ਮਹਾਰਾਜ ਦਾ ਮੇਰੇ ਨਾਲ ਕਿਸੇ ਗੱਲੋਂ ਕੋਈ ਨਾਰਾਜ਼ਗੀ ਤੇ ਨਹੀਂ ਹੋ ਗਈ। ਭਈ ਮੈਂ ਤੇ ਨਿਤਨੇਮ ਕਰਦਾ, ਪਾਠ ਕਰਦਾ, ਗੁਰਦੁਆਰਾ ਸਾਹਿਬ ਜਾਣਾ, ਇਹ ਮੇਰੇ ਸਰੀਰ ਨੂੰ ਢਿੱਲ ਮੱਠ ਕਿਵੇਂ ਹੋ ਗਏ। ਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਕਮਲ ਦੇ ਫੁੱਲ ਕੋਲੋਂ ਸਿੱਖੋ, ਪਾਣੀ ਨਾਲ ਪ੍ਰੀਤ ਕਿਵੇਂ ਕਰੀਦੀ ਹੈ।
ਸਾਰਾ ਦਿਨ ਪਾਣੀ ਠੋਕਰਾਂ ਮਾਰਦਾ, ਫਿਰ ਵੀ ਉਹ ਖਿੜਿਆ ਰਹਿੰਦਾ ਹੈ। ਇੱਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਪਾਵਨ ਸ਼ਬਦ ਹੈ, ਜਿਸ ਬੰਦੇ ਨੇ ਪ੍ਰੇਮ ਦਾ ਰਸ ਨਹੀਂ ਨਾ ਚਖਿਆ, ਉਹਦੀ ਤ੍ਰਿਸ਼ਨਾ ਨਹੀਂ ਬੁਝ ਸਕਦੀ। ਉਹ ਹੋ ਜੇ ਕਰੋੜਾਂਪਤੀ, ਉਹ ਹੋ ਜੇ ਅਰਬਾਂਪਤੀ। ਮਹਾਰਾਜ ਕਹਿੰਦੇ ਨੇ ਪ੍ਰੇਮ ਨਾ ਚਾਖਿਆ ਮੇਰੀ ਤ੍ਰਿਸ਼ਨਾ ਬੁਝਾਨੀ। ਮੇਰੀ ਤ੍ਰਿਸ਼ਨਾ ਇਸ ਕਰਕੇ ਨਹੀਂ ਬੁਝਦੀ, ਮੈਂ ਪ੍ਰੇਮ ਦਾ ਰਸ ਨਹੀਂ ਮਾਣਿਆ। ਸਾਧ ਸੰਗਤ ਗੁਰੂ ਰਾਮਦਾਸ ਮਹਾਰਾਜ ਦਾ ਸ਼ਬਦ ਹੈ, ਜਦੋਂ ਸਾਨੂੰ ਪ੍ਰੇਮ ਦਾ ਤੀਰ ਵੱਜਾ, ਮਹਾਰਾਜ ਕਹਿੰਦੇ ਨੇ ਪ੍ਰੇਮ ਦਾ ਤੀਰ ਵੱਜਣ ਕਰਕੇ ਜਿਹੜੀ ਸਾਡੇ ਅੰਦਰ ਪੀੜਾ ਹੋਈ ਆ ਨਾ, ਉਸ ਪੀੜਾ ਨੂੰ ਹੁਣ ਰੱਬ ਹੀ ਜਾਣਦਾ ਹੈ। ਕਈ ਵਾਰੀ ਬੰਦਾ ਦੂਜੇ ਦਾ ਕਹਿਣਾ ਨਹੀਂ ਸੁਣਦਾ, ਆਪਣਾ ਬੋਲਿਆ ਸੁਣ ਲੈਂਦਾ। ਤੁਸੀਂ ਸਾਰੇ ਇੱਕ ਵਾਰੀ ਪਿੱਛੇ ਕਿਰਪਾ ਕਰਿਓ। ਗੁਰੂ ਰਾਮਦਾਸ ਮਹਾਰਾਜ ਦਾ ਸ਼ਬਦ ਹੈ, ਪ੍ਰੇਮ ਲਗੋ ਹਰ ਤੀਰ ਮੇਰੇ ਮਨ, ਪ੍ਰੇਮ ਲਗੋ ਹਰ ਤੀਰ, ਪ੍ਰੇਮ ਲਗੋ ਹਰ ਤੀਰ ਮੇਰੇ ਮਨ, ਪ੍ਰੇਮ ਲਗੇ ਹਰ ਤੀਰ, ਪ੍ਰੇਮ ਲਗੇ ਹਰ। ਮੇਰੇ ਮਨ ਵਿੱਚ ਪ੍ਰੇਮ ਦਾ ਤੀਰ ਵੱਜ ਗਿਆ। ਜਿਹਨੂੰ ਪ੍ਰੇਮ ਦਾ ਤੀਰ ਵੱਜ ਜਾਏ, ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਪ੍ਰੇਮ ਦਾ ਤੀਰ ਵੱਜਣ ਕਰਕੇ ਜਿਹੜੀ ਮੇਰੇ ਅੰਦਰ ਪੀੜਾ ਹੋਈ ਹੈ, ਕੇਵਲ ਉਹੀ ਜਾਣਦਾ ਹੈ। ਹਜ਼ੂਰ ਦਾ ਸ਼ਬਦ ਹੈ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣਿਆ ਰਾਮ ਰਾਜੇ। ਬਾਣੀ ਨੇ ਐਸਾ ਪ੍ਰੇਮ ਦਾ ਤੀਰ ਮਾਰਿਆ ਵੀ ਜਿਵੇਂ ਤਿੱਖੀ ਨੋਕ ਵਾਲਾ ਤੀਰ ਆਣ ਕੇ ਵੱਜਦਾ ਹੈ। ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਹੈ, ਸਾਧ ਸੰਗਤ, ਪ੍ਰੇਮ ਭਗਤ ਕੈ ਕਾਰਨੇ ਕਹੋ ਰਵਿਦਾਸ ਜਮਾਰ। ਕਹਿੰਦੇ ਰਵਿਦਾਸ ਇਸ ਕਰਕੇ ਉਹਦੀ ਸਿਫਤ ਸਲਾਹ ਕਰਦਾ ਵੀ ਮੇਰੇ ਅੰਦਰ ਪ੍ਰੇਮਾ ਭਗਤੀ ਪੈਦਾ ਹੋ ਜਾਏ। ਇੱਕ ਸੇਠ ਆਇਆ, ਬੜਾ ਅਮੀਰ ਸੀ। ਸੇਠ ਆਣ ਕੇ ਕਹਿੰਦਾ, ਭਗਤ ਜੀ ਮੇਰਾ ਘਰ ਵੀ ਬੜਾ ਸੋਹਣਾ, ਮੇਰੇ ਕੋਲ ਸੋਨਾ ਚਾਂਦੀ ਬਹੁਤ ਹੈ, ਮੇਰੇ ਕੋਲ ਜ਼ਮੀਨ ਜਾਇਦਾਦ ਬਹੁਤ ਆ, 2-3 ਮੰਜ਼ਲਾ ਮਹੱਲ ਹੈ ਮੇਰਾ, ਘਰ ਵਿੱਚ ਕਮੀ ਵੀ ਕੋਈ ਨਹੀਂ, ਪਰ ਮੇਰਾ ਮਨ ਬੜਾ ਉਦਾਸ ਰਹਿੰਦਾ। ਭਗਤ ਰਵਿਦਾਸ ਕਹਿੰਦੇ ਨੇ ਮੇਰਾ ਮਨ ਵੀ ਬੜਾ ਉਦਾਸ ਹੈ। ਸੇਠ ਹੈਰਾਨ ਹੋ ਕੇ ਕਹਿਣ ਲੱਗਾ, ਭਗਤ ਜੀ ਤੁਸੀਂ ਕਿਹੜੀ ਗੱਲੋਂ ਉਦਾਸ ਹੋ? ਇਹ ਗੁਰਬਾਣੀ ਦਾ ਸ਼ਬਦ ਆ। ਭਗਤ ਰਵਿਦਾਸ ਜੀ ਕਹਿੰਦੇ ਨੇ, ਪ੍ਰੇਮ ਭਗਤ ਨਹੀਂ ਉਪਜੈ ਤਾਂ ਤੇ ਰਵਿਦਾਸ ਉਦਾਸ। ਇਹ ਰਵਿਦਾਸ ਇਸ ਕਰਕੇ ਉਦਾਸ ਰਹਿੰਦਾ ਵੀ ਇਹਦੇ ਅੰਦਰ ਪ੍ਰੇਮਾ ਭਗਤੀ ਅਜੇ ਤੱਕ ਪੈਦਾ ਨਹੀਂ ਹੋਈ। ਸਾਧ ਸੰਗਤ ਭਗਤੀ ਕਰਨੀ ਔਰ ਭਗਤੀ ਨਾਲ ਪ੍ਰੇਮ ਮੰਗਣਾ, ਬਸ ਇਹੀ ਹੈ ਸ੍ਰੇਸ਼ਟ ਦਾਤ। ਭੱਟ ਜੀ ਕਹਿੰਦੇ ਨੇ, ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲੈ ਬਲਾਈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰੇਮਾ ਭਗਤੀ ਕੀਤੀ ਔਰ ਪ੍ਰੇਮ ਦੇ ਨਾਲ ਹੀ ਲਿਵ ਲਾ ਕੇ ਰੱਖੀ। ਜਦੋਂ ਮਹਾਰਾਜ ਮੱਕੇ ਵਿੱਚ ਗਏ ਹਨ ਗੁਰੂ ਨਾਨਕ ਸਾਹਿਬ, ਬੜੇ ਧਿਆਨ ਨਾਲ ਸੁਣਨਾ। ਭਾਈ ਗੁਰਦਾਸ ਕਹਿੰਦੇ ਨੇ, ਜਦੋਂ ਰਾਤ ਨੂੰ ਜਾਂ ਬਾਬਾ ਸੁੱਤਾ ਰਾਤ ਨੂੰ, ਵੱਲ ਮਹਿਰਾਬੇ ਪੈ ਪਸਾਰੀ। ਭਾਈ ਮਰਦਾਨਾ ਬਾਬੇ ਨਾਨਕ ਦੇ ਕੰਨ ਦੇ ਕੋਲ ਮੁੱਖ ਕਰਕੇ ਕਹਿੰਦਾ, ਬਾਬਾ ਇਹ ਮੁਸਲਮਾਨ ਲੋਕ, ਇਸਲਾਮੀ ਲੋਕ ਜੇ ਹਜ਼ਾਰਾਂ ਮੀਲਾਂ ਤੇ ਵੀ ਬੈਠੇ ਹੋਣ ਤੇ ਇਧਰ ਪੈਰ ਕਰਕੇ ਨਹੀਂ ਸੌਂਦੇ। ਬਾਬਾ ਬੜੇ ਮਤਸਬੀ ਲੋਕ ਨੇ, ਮੇਰਾ ਇਹਨਾਂ ਦੇ ਘਰ ਵਿੱਚ ਜਨਮ ਹੋਇਆ। ਬਾਬਾ ਇਹ ਤੇ ਪਰਦੇਸਾਂ ਵਿੱਚ ਹੋਣ ਤੇ ਇਧਰ ਨੂੰ ਪੈਰ ਕਰਕੇ ਨਹੀਂ ਸੌਂਦੇ। ਬਾਬਾ ਬੜੇ ਮਤਸਬੀ ਲੋਕ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਮਰਦਾਨਿਆ ਤੂੰ ਮੇਰੇ ਪੈਰਾਂ ਦਾ ਫਿਕਰ ਨਾ ਕਰ। ਭਾਈ ਮਰਦਾਨਿਆ ਜੇ ਫਿਕਰ ਕਰਨਾ ਤੇ ਇਸ ਗੱਲ ਦਾ ਕਰ ਵੀ ਸਾਨੂੰ ਰੱਬ ਨਾ ਭੁੱਲ ਜਾਏ। ਪਰਵਾਹ ਨਾਹੀਂ ਕਿਸੇ ਕੇਰੀ ਬਾਤ ਸੱਚਾ ਨਾਏ। ਭੱਟ ਜੀ ਕਹਿੰਦੇ ਨੇ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਪ੍ਰੇਮਾ ਭਗਤੀ ਕੀਤੀ ਔਰ ਲਿਵ ਲਾ ਕੇ ਰੱਖੀ ਉਸ ਰੱਬ ਦੇ ਨਾਲ।
ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਤਿਨ ਸ਼ਬਦ ਸੁਰਤ ਕੀਨੀ ਵਰਖਾਈ। ਗੁਰੂ ਨਾਨਕ ਦੇਵ ਮਹਾਰਾਜ ਤੋਂ ਬਾਅਦ ਅੰਗਦ ਦੇਵ ਮਹਾਰਾਜ ਸਮੁੰਦਰ ਰੂਪ ਹੋ ਗਏ। ਹਰ ਵੇਲੇ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ 'ਚ ਟਿਕੇ ਰਹੇ। ਤਿੰਨ ਸ਼ਬਦ ਸੁਰਤ ਕੀਨੀ ਵਰਖਾਈ, ਸ਼ਬਦ ਅਤੇ ਸੁਰਤ ਦੀ ਵਰਖਾ ਕਰ ਦਿੱਤੀ ਗੁਰੂ ਅੰਗਦ ਦੇਵ ਮਹਾਰਾਜ ਨੇ। ਸਾਧ ਸੰਗਤ ਭੱਟ ਸਾਹਿਬਾਨ ਕਹਿੰਦੇ ਨੇ, ਸਤਿਗੁਰੂ ਧੰਨ ਨਾਨਕ ਜਿੱਦਣ ਭਾਈ ਲਹਿਣਾ ਜੀ ਪਹਿਲੇ ਦਿਨ ਕਰਤਾਰਪੁਰ ਸਾਹਿਬ ਗਏ ਨੇ, ਮੱਥਾ ਟੇਕਿਆ, ਨਮਸਕਾਰ ਕੀਤੀ। ਭੱਟ ਜੀ ਕਹਿੰਦੇ ਨੇ, ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਨ ਹੱਥੋ। ਧੰਨ ਹੈ ਭਾਈ ਬਾਬਾ ਨਾਨਕ ਜਿਨ੍ਹਾਂ ਨੇ ਹੇ ਭਾਈ ਲਹਿਣਾ ਜੀ ਤੁਹਾਡੇ ਮਸਤਕ ਤੇ ਹੱਥ ਧਰਿਆ। ਮਸਤਕ ਤੇ ਹੱਥ ਧਰਨ ਦੀ ਦੇਰ ਹੋਈ ਤਾਂ ਧਰਿਓ ਮਸਤਕ ਹੱਥ ਸਹਿਜ ਅਮਿਓ ਬੁੱਠੋ ਛੱਡ। ਬਾਬਾ ਨਾਨਕ ਜੀ ਦੇ ਹੱਥ ਧਰਨ ਦੀ ਦੇਰ ਹੋਈ, ਜਿਹੜੀ ਨਾਮ ਅੰਮ੍ਰਿਤ ਦੀ ਵਰਖਾ ਸੀ ਨਾ, ਸ਼ਹਿਬਰ ਲਾ ਕੇ ਵਰਖਾ ਹੋਈ। ਅਮਿਓ ਬੁੱਠੋ ਛੱਡ, ਜਿਵੇਂ ਮੋਲੇ ਧਾਰ ਵਰਖਾ ਨਹੀਂ ਹੁੰਦੀ, ਇਸ ਤਰ੍ਹਾਂ ਫਿਰ ਅੰਮ੍ਰਿਤ ਦੀ ਵਰਖਾ ਹੋਈ ਭਾਈ ਲਹਿਣਾ ਜੀ ਤੇ। ਭੱਟ ਜੀ ਕਹਿੰਦੇ ਨੇ, ਗੁਰੂ ਅੰਗਦ ਦੇਵ ਮਹਾਰਾਜ ਨੇ ਫਿਰ ਵਰਖਾ ਕਰ ਦਿੱਤੀ। ਇਸ ਤੋਂ ਬਾਅਦ ਭੱਟ ਜੀ ਕਹਿੰਦੇ ਨੇ, ਗੁਰ ਅਮਰਦਾਸ ਕੀ ਕਥ ਕਥਾ ਹੈ, ਏਕ ਜੀ ਕਛ ਕਹੀ ਨ ਜਾਏ। ਗੁਰੂ ਅਮਰਦਾਸ ਜੀ ਦੀ ਜਿਹੜੀ ਕਥਾ ਹੈ ਉਹ ਕਥਨ ਤੋਂ ਪਰੇ ਹੈ। ਇੱਕ ਜੀ, ਭੱਟ ਜੀ ਕਹਿੰਦੇ ਨੇ, ਇੱਕ ਹੈ ਮੇਰੀ ਜੀਭਾ, ਕਛ ਕਹੀ ਨ ਜਾਏ। ਗੁਰੂ ਅਮਰਦਾਸ ਮਹਾਰਾਜ ਜੀ ਦੀ ਵਡਿਆਈ ਨਹੀਂ ਦੱਸੀ ਜਾ ਸਕਦੀ। ਸਾਧ ਸੰਗਤ ਇੱਕ ਸ਼ਬਦ ਹੈ ਭੱਟ ਸਾਹਿਬਾਨਾਂ ਦਾ, ਜਿਹੜੀਆਂ ਬੱਦਲ ਦੀਆਂ ਕਣੀਆਂ ਹਨ ਉਹ ਗਿਣੀਆਂ ਜਾ ਸਕਦੀਆਂ ਨੇ। ਘਣ ਹਰ ਬੂੰਦ ਬਸੋਰ ਮਾਵਲ, ਕੁਸੁਮ ਬਸੰਤ ਗਣੰਤ ਨ ਆਵੇ। ਬੱਦਲ ਦੀਆਂ ਕਣੀਆਂ ਨਹੀਂ ਗਿਣੀਆਂ ਜਾ ਸਕਦੀਆਂ। ਧਰਤੀ ਦੀ ਬਨਸਪਤੀ ਦਰਖਤ ਨਹੀਂ ਗਿਣੇ ਜਾ ਸਕਦੇ। ਬਸੰਤ ਰੁੱਤ ਵਿੱਚ ਖਿੜੇ ਹੋਏ ਫੁੱਲ ਨਹੀਂ ਗਿਣੇ ਜਾ ਸਕਦੇ। ਪਰ ਭੱਟ ਜੀ ਕਹਿੰਦੇ ਨੇ, ਘਣ ਹਰ ਬੂੰਦ ਬਸੋ ਰੋਮਾਵਲ, ਕੁਸੁਮ ਬਸੰਤ ਗਣੰਤ ਨ ਆਵੈ। ਰਬ ਸੱਸ ਕਿਰਨ, ਸੂਰਜ ਦੀਆਂ ਕਿਰਨਾਂ ਕੋਈ ਬੰਦਾ ਨਹੀਂ ਗਿਣ ਸਕਦਾ। ਉਦਰ ਸਾਗਰ ਕੋ, ਸਮੁੰਦਰ ਦੀ ਗਹਿਰਾਈ ਨਹੀਂ ਕੋ ਮਾਪ ਸਕਦਾ। ਰੁਦਰ ਧਿਆਨ ਗਿਆਨ ਸਤਿਗੁਰ ਕੈ, ਕਬ ਜਨ ਭਲ ਉਨਹਿ ਜੋ ਗਾਵੈ। ਭੱਟ ਜੀ ਕਹਿੰਦੇ ਨੇ, ਫੇਰ ਵੀ ਸਤਿਗੁਰੂ ਜੀ ਦੇ ਬਖਸ਼ੇ ਹੋਏ ਗਿਆਨ ਨਾਲ ਬੱਦਲ ਦੀਆਂ ਕਣੀਆਂ ਗਿਣੀਆਂ ਜਾ ਸਕਦੀਆਂ ਨੇ, ਬਸੰਤ ਦੇ ਫੁੱਲ ਗਿਣੇ ਜਾ ਸਕਦੇ ਨੇ, ਧਰਤੀ ਦੇ ਦਰਖਤ ਗਿਣੇ ਜਾ ਸਕਦੇ ਨੇ। ਪਰ ਹੇ ਗੁਰੂ ਅਮਰਦਾਸ, ਤੇਰੇ ਗੁਣ ਕੌਣ ਗਿਣ ਸਕਦਾ ਹੈ? ਸਾਰੇ ਕਿਰਪਾ ਕਰਿਓ। ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰ ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰ। ਹੇ ਗੁਰੂ ਅਮਰਦਾਸ, ਤੇਰੇ ਗੁਣ ਕੌਣ ਗਿਣ ਸਕਦਾ ਹੈ? ਤੇਰੀ ਉਪਮਾ ਤੋਹੇ ਬਣਾਵੇ। ਹੇ ਗੁਰੂ ਅਮਰਦਾਸ ਮਹਾਰਾਜ, ਤੇਰੇ ਵਰਗਾ ਤੂੰ ਹੀ ਹੈ। ਇੱਕੋ ਮਾਰੇ ਕਢਾਇਓ ਮੇਰੇ ਕਾਕਾ, ਇੱਕੋ ਕਢਾਇਓ ਮਾਰੇ ਸਾਰੇ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇਰੀ ਉਪਮਾ ਤੋਹੇ ਬਣਾਵੇ। ਹੇ ਗੁਰੂ ਅਮਰਦਾਸ, ਤੇਰੇ ਵਰਗਾ ਤੂੰ ਹੀ ਹੈ। ਕਿਹਦੇ ਵਰਗਾ ਆਖੀਏ ਗੁਰੂ ਅਮਰਦਾਸ ਨੂੰ? ਭਗਤ ਰਵਿਦਾਸ ਕਹਿੰਦੇ ਨੇ, ਹੇ ਰੱਬ ਜੀ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦਿੱਤਾ। ਕੀ ਤੇਰੇ ਗੁਣ ਗਾਈਏ? ਸਾਸਾਂ ਬੜੇ ਧਿਆਨ ਨਾਲ ਸੁਣਨਾ। ਧੰਨ ਗੁਰੂ ਰਾਮਦਾਸ ਮਹਾਰਾਜ ਪਿਤਾ ਜੀ ਚੜ੍ਹਾਈ ਕਰ ਗਏ 7 ਸਾਲ ਦੀ ਉਮਰ। ਨਾਨੀ ਮਾਤਾ ਜੀ ਬਾਸਰ ਕੇ ਲੈ ਕੇ ਆ ਗਏ। ਪਿੰਡ ਵਿੱਚ ਦੁਹਾਈ ਮਚ ਗਈ ਵੀ ਮਾਤਾ ਆਪਣੇ ਦੋਹਤਰੇ ਨੂੰ ਰਾਤ ਦੀ ਲਾਹੌਰ ਤੋਂ ਲੈ ਆਈ ਹੈ।
ਪਿੰਡ ਦੀਆਂ ਬਜ਼ੁਰਗ ਮਾਤਾਵਾਂ ਆਉਂਦੀਆਂ ਨੇ, ਬਜ਼ੁਰਗ ਆਉਂਦੇ ਨੇ, ਮਾਤਾ ਨਾਲ ਹਿਰਖ ਕਰਕੇ ਤੁਰ ਜਾਂਦੇ ਨੇ ਵੀ ਬਹੁਤ ਮਾੜਾ ਹੋਇਆ, ਬਹੁਤ ਮਾੜਾ ਹੋਇਆ। ਨਾਨੀ ਮਾਤਾ ਨਾਲ ਤੇ ਸਾਰੇ ਹਿਰਖ ਕਰਦੇ ਨੇ, ਪਰ ਜਿਸ ਗੁਰੂ ਰਾਮਦਾਸ ਨੂੰ ਸਭ ਤੋਂ ਵੱਡਾ ਦੁੱਖ ਸੀ ਮਾਤਾ ਪਿਤਾ ਦੇ ਗੁਜ਼ਰਨ ਦਾ, ਗੁਰੂ ਰਾਮਦਾਸ ਮਹਾਰਾਜ ਨਾਲ ਕੋਈ ਅਫਸੋਸ ਨਹੀਂ ਕਰਦਾ। ਇੱਕ ਦਿਨ ਲੰਘ ਗਿਆ, ਦੋ ਲੰਘ ਗਏ, ਤੀਜਾ, ਚੌਥੇ ਦਿਨ ਇੱਕ ਬਜ਼ੁਰਗ ਆਇਆ, 4-5 ਬਜ਼ੁਰਗ ਹੋਰ ਉਹਦੇ ਨਾਲ ਸੀ। ਦਰਵਾਜ਼ਾ ਲੰਘਿਆ ਉਹ ਬਜ਼ੁਰਗ, ਭਗਤਾਂ ਕੀ ਚਾਲ ਨਿਰਾਲੀ, ਇਹਨਾਂ ਦੀ ਚਾਲ ਵੱਖਰੀ ਹੁੰਦੀ ਹੈ। ਲੋਕ ਆਉਂਦੇ ਨੇ, ਮਾਤਾ ਨਾਲ ਹਿਰਖ ਕਰਕੇ ਤੁਰ ਜਾਂਦੇ ਨੇ, ਗੁਰੂ ਰਾਮਦਾਸ ਨੂੰ ਕੋਈ ਨਹੀਂ ਬੁਲਾਉਂਦਾ, ਪਰ ਇਹ ਬਜ਼ੁਰਗ ਮਾਤਾ ਦੇ ਕੋਲ ਨਹੀਂ ਗਿਆ। ਗੁਰੂ ਰਾਮਦਾਸ ਤੱਪੜ ਤੇ ਬੈਠੇ ਸੀ, ਦੀਵਾਰ ਕੱਚੀ ਨਾਲ ਢੋ ਲਾ ਕੇ। ਇਹ ਬਜ਼ੁਰਗ ਬਾਬਾ ਗੁਰੂ ਰਾਮਦਾਸ ਜੀ ਦੇ ਕੋਲ ਜਾ ਕੇ ਬੈਠ ਗਿਆ ਤੇ ਗੋਡਿਆਂ 'ਚ ਸਿਰ ਲੈ ਕੇ ਬੈਠੇ ਸੀ ਗੁਰੂ ਰਾਮਦਾਸ। ਇਸ ਬਾਬੇ ਨੇ ਮੋਢੇ ਤੇ ਹੱਥ ਧਰ ਕੇ ਬੜੇ ਪ੍ਰੇਮ ਨਾਲ ਆਖਿਆ, ਪੁੱਤਰ ਪੁੱਤਰ ਤੂੰ ਕਿਉਂ ਇੰਨਾ ਉਦਾਸ ਹੈ? ਪੁੱਤਰ ਤੇਰੇ ਨਾਨਕਿਆਂ ਦਾ ਪਿੰਡ ਹੈ, ਨਾਨਕਿਆਂ ਦੇ ਪਿੰਡ ਆਣ ਕੇ ਉਦਾਸ ਥੋੜਾ ਹੋਈਦਾ ਹੁੰਦਾ ਹੈ। ਪੁੱਤਰ ਤੂੰ ਸਾਡਾ ਦੋਹਤਰਾ ਹੈ। ਸਾਧ ਸੰਗਤ ਮੈਨੂੰ ਮਾਫ ਕਰਨਾ, ਸਾਡੇ ਵੇਖਣ ਦੀ ਗੱਲ ਹੈ, ਕੋਈ 30-35-40 ਸਾਲ ਪਹਿਲਾਂ। ਪਿੰਡ ਦੀ ਧੀ ਸਾਰੇ ਪਿੰਡ ਦੀ ਧੀ ਹੁੰਦੀ ਸੀ, ਪਿੰਡ ਦਾ ਜਵਾਈ ਸਾਰੇ ਪਿੰਡ ਦਾ ਜਵਾਈ ਹੁੰਦਾ ਸੀ। ਜਦੋਂ ਪਤਾ ਲੱਗਣਾ ਨਾ ਪ੍ਰਾਹੁਣਾ ਆਇਆ ਪਿੰਡ ਦਾ, ਜਿਹਦਾ ਧਿਆਨ ਪੈਣਾ ਉਹਨੇ ਦੌੜ ਕੇ ਸਾਈਕਲ ਫੜ ਲੈਣਾ। ਦਵਾਈ ਰੱਬ ਦੀ ਮੈਂ ਕੰਨਾਂ ਨੂੰ ਹੱਥ ਲਾ ਕੇ ਕਹਿਣਾ, ਅੱਜ ਜਿਹਦਾ ਜਵਾਈ ਹੈ ਉਹਦਾ ਜਵਾਈ ਹੈ, ਜਿਹਦੀ ਧੀ ਹੈ ਉਹਦੀ ਧੀ ਹੈ, ਜਿਹਦਾ ਪ੍ਰਾਹੁਣਾ ਉਹਦਾ ਪ੍ਰਾਹੁਣਾ, ਜਿਹਦਾ ਦੋਹਤਰਾ ਉਹਦਾ ਦੋਹਤਰਾ। ਇਹ ਬਜ਼ੁਰਗ ਬਾਬਾ ਕਹਿਣ ਲੱਗਾ, ਪੁੱਤਰ ਤੂੰ ਸਾਡਾ ਦੋਹਤਰਾ ਹੈ। ਨਾਨਕਿਆਂ ਦੇ ਪਿੰਡ ਆਣ ਕੇ ਉਦਾਸ ਥੋੜਾ ਹੋਈਦਾ ਹੁੰਦਾ। ਧੰਨ ਗੁਰੂ ਰਾਮਦਾਸ ਮਹਾਰਾਜ ਵਿਰਾਗੀ ਹੋ ਗਏ। ਪਿਤਾ ਜੀ ਦੇ ਤੁਰ ਜਾਣ ਤੋਂ ਬਾਅਦ ਕਿਸੇ ਨੇ ਇਸ ਤਰ੍ਹਾਂ ਨਹੀਂ ਸੀ ਬੁਲਾਇਆ, ਕਾਕਾ ਇੱਕੋ ਬੰਦ ਕਰ ਮੇਰਾ ਵੇ, ਇੱਕੋ ਬੰਦ। ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਪਿਤਾ ਜੀ ਦੇ ਕਾਲ ਚਲਾਣੇ ਤੋਂ ਬਾਅਦ ਕਿਸੇ ਨੇ ਇੰਨੇ ਪਿਆਰ ਨਾਲ ਨਹੀਂ ਸੀ ਬੁਲਾਇਆ। ਧੰਨ ਗੁਰੂ ਰਾਮਦਾਸ ਜੀ ਵਿਰਾਗੀ ਹੋ ਗਏ। ਗੁਰੂ ਰਾਮਦਾਸ ਕਹਿੰਦੇ ਨੇ, ਬਾਬਾ ਜੀ ਮੈਂ ਦੁਨੀਆ ਤੇ ਇਕੱਲਾ ਰਹਿ ਗਿਆ, ਮੇਰੇ ਮਾਤਾ ਜੀ ਵੀ ਚਲੇ ਗਏ, ਮੇਰੇ ਪਿਤਾ ਜੀ ਵੀ ਚਲੇ ਗਏ, ਮੈਂ ਇਕੱਲਾ ਰਹਿ ਗਿਆ ਦੁਨੀਆ ਤੇ। ਉਹ ਬਜ਼ੁਰਗ ਬਾਬਾ ਐਡੀ ਮੌਜ ਵਿੱਚ ਆਇਆ। ਬਜ਼ੁਰਗ ਬਾਬਾ ਕਹਿੰਦਾ, ਪੁੱਤਰਾ ਤੇਰੀ ਮਾਂ ਹੀ ਚਲੇ ਗਈ ਆ ਨਾ, ਤੇਰਾ ਪਿਤਾ ਹੀ ਚਲਿਆ ਗਿਆ ਨਾ, ਪੁੱਤਰ ਕੋ ਸਮਾਂ ਆਏਗਾ ਤੈਨੂੰ ਮਾਂ ਵੀ ਇੱਥੇ ਮਿਲ ਜਾਏਗੀ, ਪੁੱਤਰ ਕੋ ਸਮਾਂ ਆਏਗਾ ਤੈਨੂੰ ਬਾਪ ਵੀ ਇੱਥੇ ਮਿਲ ਜਾਏਗਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਬਾਬਾ ਜੀ ਪਰਸੋਂ ਦਾ ਮੈਂ ਲਾਹੌਰ ਤੋਂ ਆਇਆ, ਮੇਰਾ ਲਾਹੌਰ ਤੋਂ ਬਿਨਾਂ ਜੀ ਨਹੀਂ ਲੱਗਦਾ। ਇਹ ਬਜ਼ੁਰਗ ਬਾਬਾ ਐਡੀ ਮੌਜ ਵਿੱਚ ਆਇਆ। ਆਣ ਕੇ ਬਜ਼ੁਰਗ ਬਾਬੇ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਗੋਦੀ ਵਿੱਚ ਪਾ ਲਿਆ ਤੇ ਸਿਰ ਤੇ ਹੱਥ ਫੇਰ ਲੱਗ ਪਏ। ਇਹ ਬਜ਼ੁਰਗ ਬਾਬਾ ਕਹਿਣ ਲੱਗਾ, ਪੁੱਤਰਾ ਤੂੰ ਲਾਹੌਰ ਹੀ ਛੱਡ ਆਇਆ ਨਾ, ਪਰ ਦਿਲ ਨਾ ਛੱਡ ਪੁੱਤਰਾ, ਹੀ ਲਾਹੌਰ ਵੀ ਇੱਕ ਦਿਨ ਇੱਥੇ ਵਸਾ ਲਾਂਗੇ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਬਾਬਾ ਜੀ ਮੇਰਾ ਆਪਣੇ ਹਾਣੀਆਂ ਤੋਂ ਬਿਨਾਂ ਜੀ ਨਹੀਂ ਲੱਗਦਾ। ਸਾਧ ਸੰਗਤ ਇੱਕ ਗੱਲ ਯਾਦ ਰੱਖੀਏ, ਬੰਦੇ ਨੂੰ ਮਰਦਿਆਂ ਤੱਕ ਆਪਣੀ ਜਨਮ ਭੋਏ ਨਹੀਂ ਭੁੱਲਦੇ। ਕਿਸੇ ਸ਼ਹਿਰ ਚਲਾ ਜਾਏ, ਕਿਸੇ ਦੇਸ਼ ਚਲਾ ਜਾਏ, ਪਾਕਿਸਤਾਨੋਂ ਜਿਹੜੇ ਸਾਡੇ ਬਜ਼ੁਰਗ ਆਏ ਨੇ, ਅਜੇ ਤੱਕ ਉਹ ਆਪਣੀਆਂ ਹਵੇਲੀਆਂ ਦੀਆਂ ਗੱਲਾਂ ਕਰਦੇ ਨੇ, ਘਰਾਂ ਦੀਆਂ ਗੱਲਾਂ ਕਰਦੇ ਨੇ। ਬਜ਼ੁਰਗ ਬਾਬਾ ਕਹਿਣ ਲੱਗਾ, ਪੁੱਤਰਾ ਲਾਹੌਰ ਛੱਡ ਆਇਆ, ਦਿਲ ਨਾ। ਬੰਦਾ ਉਦੋਂ ਮਰਦਾ ਜਦੋਂ ਦਿਲ ਛੱਡੇ। ਮੈਨੂੰ ਮਾਫ ਕਰਨਾ, ਮੈਂ ਮਾਲਵੇ ਦੀ ਧਰਤੀ ਤੇ ਬਹੁਤ ਵਾਰੀ ਗੁਰੂ ਰਾਮਦਾਸ ਦੀ ਕਿਰਪਾ ਨਾਲ ਜਾਣਾ। ਮੈਂ ਆਪ ਤੋਂ ਕਹਿਣਾ, ਹੋਏ ਜੇ ਕਿਤੇ 10-20 ਲੱਖ ਰੁਪਈਆ ਕਰਜ਼ਾ ਚੜ੍ਹ ਵੀ ਗਿਆ ਤੇ 30 ਕਿੱਲਿਆਂ ਦੇ ਵਿੱਚੋਂ 1 ਕਿੱਲਾ ਵੇਚ ਕੇ ਕਰਜ਼ਾ ਲਾ ਲਓ, ਮਰਨਾ ਉਹ ਤੋਂ ਚੰਗਾ ਹੀ ਆਣਾ। ਬੰਦਾ ਉਦੋਂ ਮਰਦਾ ਜਦੋਂ ਦਿਲ ਛੱਡੇ। ਇਹ ਬਜ਼ੁਰਗ ਬਾਬਾ ਕਹਿੰਦਾ, ਪੁੱਤਰਾ ਲਾਹੌਰ ਹੀ ਛੱਡ ਆਇਆ, ਦਿਲ ਨਾ ਛੱਡ। ਇਹ ਬਜ਼ੁਰਗ ਬਾਬਾ ਏਡੀ ਮੌਜ ਵਿੱਚ ਕਹਿਣ ਲੱਗਾ, ਪੁੱਤਰਾ ਜਦੋਂ ਲਾਹੌਰ ਵਸਾਵਾਂਗਾ ਨਾ, ਤੇਰੇ ਲਾਹੌਰ ਵਾਲੇ ਹਾਣੀ ਤੈਨੂੰ ਇੱਥੇ ਹੀ ਮਿਲਣ ਆਇਆ ਕਰਨਗੇ।
ਸਾਧ ਸੰਗਤ ਤੋਂ ਬਜ਼ੁਰਗ ਬਾਬਾ ਕੌਣ ਸੀ? ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ। ਕੋਈ ਸਮਾਂ ਆਇਆ ਆਪਣੀ ਬੇਟੀ ਭਾਣੀ ਦਾ ਰਿਸ਼ਤਾ ਦੇ ਕੇ ਪਿਤਾ ਆਪ ਬਣ ਗਏ, ਮਾਤਾ ਆਪਣੇ ਮਹਿਲਾਂ ਨੂੰ ਬਣਾ ਦਿੱਤਾ। ਫਿਰ ਹਜ਼ੂਰ ਗੋਇੰਦਵਾਲ ਸਾਹਿਬ ਕਹਿੰਦੇ ਨੇ, ਓਏ ਪੁਰਖਾ, ਉਹ ਪੁੱਤਰਾ ਜਿਹੜੇ ਲਾਹੌਰ ਤੋਂ ਬਿਨਾਂ ਤੇਰਾ ਜੀ ਨਹੀਂ ਸੀ ਨਾ ਲੱਗਦਾ, ਆ ਹੁਣ ਆਪਾਂ ਲਾਹੌਰ ਵਸਾਈਏ। ਅੰਮ੍ਰਿਤਸਰ ਸਾਹਿਬ ਦੀ ਧਰਤੀ ਮੁੱਲ ਲੈ ਕੇ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ, ਪੁੱਤਰਾ ਹੁਣ ਇੱਥੇ ਲਾਹੌਰ ਵਸਾ। ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਤੂੰ ਉਸ ਲਾਹੌਰ ਦੀ ਚਿੰਤਾ ਕਰਦਾ ਸਾਂ ਜਿਸ ਲਾਹੌਰ ਬਾਰੇ ਸਾਡੇ ਵੱਡੇ ਗੁਰੂ ਜੀ ਕਹਿੰਦੇ ਨੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਅੰਮ੍ਰਿਤਸਰ ਸਿਫਤੀ ਦਾ ਘਰ, ਇੱਥੇ 24 ਘੰਟੇ ਹੁਣ ਰੱਬ ਦੀਆਂ ਸਿਫਤਾਂ ਹੋਇਆ ਕਰਨਗੀਆਂ। ਸਾਧ ਸੰਗਤ 7 ਸਾਲ ਦੀ ਉਮਰ ਤੋਂ ਲੈ ਕੇ 12 ਸਾਲ ਦੀ ਉਮਰ ਤੱਕ ਧੰਨ ਗੁਰੂ ਰਾਮਦਾਸ ਜੀ ਨੇ ਬਾਸਰ ਕੇ ਨਾਨਕਿਆਂ ਦੇ ਪਿੰਡ ਘੁੰਗਣੀਆਂ ਵੇਚੀਆਂ। ਉਧਰੋਂ ਸੂਰਜ ਨਿਕਲ ਆਇਆ, ਉਧਰੋਂ ਗੁਰੂ ਰਾਮਦਾਸ ਹੋਕਾ ਦਿੰਦੇ ਦਿੰਦੇ ਗਲੀ ਥਾਈਂ ਲੰਘ ਗਏ। ਗੁਰੂ ਰਾਮਦਾਸ ਮਹਾਰਾਜ ਪਿੰਡ ਆਏ ਹੋਏ ਸਨ ਰਾਤ ਦੇ। ਸਾਧ ਸੰਗਤ ਦਰਵਾਜ਼ੇ ਵਿੱਚ ਆਏ। ਬਾਬਾ ਅਮਰਦਾਸ ਕਹਿੰਦੇ ਨੇ, ਪੁੱਤਰ ਪੁੱਤਰ 3 ਆਵਾਜ਼ਾਂ ਮਾਰੀਆਂ। ਗੁਰੂ ਰਾਮਦਾਸ ਜੀ ਅੱਗੇ ਲੰਘ ਗਏ। ਇੱਕ ਗੱਭਰੂ ਨੂੰ, ਨੌਜਵਾਨ ਨੂੰ ਬਾਬਾ ਅਮਰਦਾਸ ਕਹਿੰਦੇ ਨੇ, ਪੁੱਤਰ ਦੌੜ ਕੇ ਜਾ, 2 ਤੇਰੇ ਨੂੰ ਬੁਲਾ ਕੇ ਲਿਆ। ਮੁੰਡਾ ਦੌੜ ਕੇ ਗਿਆ। ਰਾਮਦਾਸ ਤੈਨੂੰ ਬਾਬਾ ਜੀ ਬੁਲਾਉਂਦੇ ਨੇ। ਵਾਪਸ ਆਏ ਛਾਬੜੀ ਲੈ ਕੇ। ਪੁੱਤਰ ਅੱਗੇ ਲੰਘ ਗਿਆ। ਜਿਸ ਮੰਜੇ ਤੇ ਬੈਠੇ ਸੀ ਨਾ ਬਾਬਾ ਅਮਰਦਾਸ, ਪੁੱਤਰ ਇੱਥੇ ਛਾਬੜੀ ਰੱਖ ਦੇ, ਆ ਬੈਠ ਮੇਰੇ ਕੋਲ, ਆਪਣੇ ਮੰਜੇ ਤੇ ਬਿਠਾ ਲਿਆ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਪੁੱਤਰ ਮੈਂ 3 ਆਵਾਜ਼ਾਂ ਮਾਰੀਆਂ, ਪੁੱਤਰ ਤੂੰ ਮੇਰੀ ਆਵਾਜ਼ ਨਹੀਂ ਸੁਣੀ। ਇਸ ਤਰ੍ਹਾਂ ਮੋਢੇ ਤੇ ਹੱਥ ਧਰ ਗਏ। ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਬਾਬਾ ਜੀ ਆਵਾਜ਼ ਤੇ ਮੈਂ ਸੁਣ ਲਈ ਸੀ ਤੁਹਾਡੀ, ਜਦੋਂ ਤੁਸੀਂ ਪੁੱਤਰ ਪੁੱਤਰ ਕਹਿ ਕੇ ਆਵਾਜ਼ਾਂ ਮਾਰੀਆਂ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਪੁੱਤਰ ਫਿਰ ਤੂੰ ਖਲੋਤਾ ਕਿਉਂ ਨਹੀਂ ਮੇਰੀ ਆਵਾਜ਼ ਸੁਣ ਕੇ? ਧੰਨ ਗੁਰੂ ਰਾਮਦਾਸ ਮਹਾਰਾਜ ਵਿਰਾਗੀ ਹੋ ਕੇ ਕਹਿਣ ਲੱਗੇ, ਬਾਬਾ ਜੀ ਮੈਂ ਸੋਚਿਆ ਵੀ ਜਿੰਨਾ ਮੈਨੂੰ ਪੁੱਤਰ ਕਹਿਣਾ ਉਹ ਤੇ ਦੁਨੀਆ ਤੋਂ ਚਲੇ ਗਏ ਨੇ, ਮੈਨੂੰ ਪੁੱਤਰ ਕਹਿਣ ਵਾਲਾ ਕੌਣ ਹੈ? ਗੁਰੂ ਅਮਰਦਾਸ ਮਹਾਰਾਜ ਦਾ ਹਿਰਦਾ ਤਰਸ ਨਾਲ ਭਰ ਗਿਆ। ਇੱਕ ਗੱਲ ਯਾਦ ਰੱਖੀਏ, ਗੁਰੂ ਉਦੋਂ ਕਿਰਪਾ ਕਰਦਾ ਜਦੋਂ ਕਿਸੇ ਤੇ ਤਰਸ ਪੈਦਾ ਹੋ ਜਾਏ। ਤਰਸ ਕਿਹਦੇ ਤੇ ਕਰੀਦਾ? ਜਿਹੜਾ ਗਰੀਬ ਹੋਏ, ਨਿਮਾਣਾ ਹੋਏ, ਨਤਾਣਾ ਹੋਏ, ਜਿਹੜਾ ਕਹਿੰਦਾ ਮੇਰਾ ਕੋਈ ਹੋਰ ਨਹੀਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਤੇ ਕਹਿੰਦੇ ਨੇ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਜਦੋਂ ਕਿਸੇ ਦਾ ਗੁਰੂ ਨਾਲ ਮਿਲਾਪ ਹੋਏ, ਸਮਝ ਲਓ ਕਿ ਰੱਬ ਨੇ ਉਹਦੇ ਤੇ ਤਰਸ ਕਰ ਲਿਆ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਪੁੱਤਰ ਅਸੀਂ ਇੱਕ ਨਗਰ ਵਸਾਇਆ ਗੋਇੰਦਵਾਲ, ਪੁੱਤਰ ਉੱਥੇ ਬੌਲੀ ਬਣ ਰਹੀ ਹੈ, ਤੂੰ ਮੇਰੇ ਨਾਲ ਹੀ ਚੱਲ ਗੋਇੰਦਵਾਲ। ਪੁੱਤਰ ਤੇਰੇ ਘੁੰਗਣੀਆਂ ਵੀ ਜ਼ਿਆਦਾ ਵਿਕੀਆਂ ਕਰਨਗੀਆਂ, ਨਾਲੇ ਉੱਥੇ ਸੇਵਾ ਕਰਿਆ ਕਰੀ। ਮਾਤਾ ਅਤੇ ਰਾਮਦਾਸ ਮਹਾਰਾਜ ਨੂੰ ਹਜ਼ੂਰ ਫਿਰ ਗੋਇੰਦਵਾਲ ਸਾਹਿਬ ਲੈ ਗਏ। 19 ਸਾਲਾਂ ਦੇ ਹੋ ਗਏ ਗੁਰੂ ਰਾਮਦਾਸ। ਮਹਾਰਾਜ ਦੇ ਮਹਿਲ ਕੋਲ ਆਣ ਕੇ ਬਹਿ ਗਏ। ਕਹਿਣ ਲੱਗੇ, ਮਹਾਰਾਜ ਭਾਨੀ ਸੁੱਖ ਨਾਲ ਜਵਾਨ ਹੋ ਗਈ ਹੈ, ਹੁਣ ਇਹਦਾ ਵਰ ਲੱਭਣਾ ਚਾਹੀਦਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਈ ਮਾਵਾਂ ਦਾ ਬਹੁਤਾ ਹੱਕ ਹੁੰਦਾ ਧੀਆਂ ਤੇ। ਮਹਾਰਾਜ ਕਹਿੰਦੇ, ਭਾਗਵਾਨੇ ਵਰ ਕਿਹੋ ਜਿਹਾ ਹੋਏ? ਮਾਤਾ ਜੀ ਕਹਿੰਦੇ ਨੇ, ਮਹਾਰਾਜ ਵਰ ਕਿਹੋ ਜਿਹਾ ਹੋਏ? ਉੱਚਾ ਹੋਏ, ਲੰਮਾ ਹੋਏ, ਸੋਹਣਾ ਹੋਏ, ਸੁਨੱਖਾ ਹੋਏ, ਸਾਊ ਹੋਏ, ਸ਼ਰੀਫ ਹੋਏ, ਕਮਾਊ ਹੋਏ। ਮਹਾਰਾਜ ਕਹਿੰਦੇ, ਅੱਛਾ ਉੱਚਾ ਹੋਵੇ, ਲੰਮਾ ਹੋਵੇ, ਸਾਊ ਹੋਵੇ, ਸ਼ਰੀਫ ਹੋਵੇ, ਕਮਾਊ ਹੋਵੇ। ਇੰਨੀ ਗੱਲ ਕਰਦੇ ਸੀ ਤੇ ਗੁਰੂ ਰਾਮਦਾਸ ਮਹਾਰਾਜ ਟੋਕਰੀ ਸੁੱਟ ਕੇ ਮਿੱਟੀ ਦੀ ਆ ਰਹੇ ਸੀ। ਸਿਰ ਤੇ ਇੰਨੂ ਸੀ, ਕਿਸੇ ਇਲਾਕੇ 'ਚ ਬਿੰਨੂ ਕਹਿੰਦੇ ਨੇ। ਟੋਕਰੀ ਹੱਥ 'ਚ ਫੜੀ ਹੋਈ। ਮਾਤਾ ਜੀ ਇੱਕਦਮ ਵੇਖ ਕੇ ਕਹਿੰਦੇ ਨੇ, ਮਹਾਰਾਜ ਮੁੰਡਾ ਹੋਵੇ ਤੇ ਲਾਹੌਰੀਆਂ ਦੇ ਮੁੰਡੇ ਵਰਗਾ ਹੋਵੇ।
ਧੰਨ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਵੀ ਭਾਗਵਾਨੇ ਲਾਹੌਰੀਆਂ ਦੇ ਮੁੰਡੇ ਵਰਗਾ ਫਿਰ ਲਾਹੌਰੀਆਂ ਦਾ ਮੁੰਡਾ। ਭਾਗਵਾਨੇ ਜੇ ਬਾਬਾ ਬੁੱਢਾ ਸਾਹਿਬ ਜੀ ਆਗਿਆ ਦੇ ਦੇਣ ਤੇ ਫਿਰ ਲਾਹੌਰੀਆਂ ਦੇ ਮੁੰਡੇ ਵਰਗਾ ਮੁੰਡਾ ਕੌਣ ਹੈ? ਬਾਬਾ ਬੁੱਢਾ ਸਾਹਿਬ ਨੂੰ ਬੁਲਾਇਆ। ਇੱਕ ਗੱਲ ਯਾਦ ਰੱਖੀਏ, ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਕੋਈ ਇਹੋ ਜਿਹਾ ਕਾਰਜ ਨਹੀਂ ਸੀ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦੀ ਸਲਾਹ ਤੋਂ ਉਹਦੀ ਆਗਿਆ ਤੋਂ ਬਿਨਾਂ ਕਰਦੇ ਹੁਣ। ਗੁਰੂ ਸਾਹਿਬ ਵਿਲੱਖਣੀ ਅਸਥਾਨ ਸੀ ਬਾਬਾ ਜੀ ਦਾ। ਬਾਬਾ ਬੁੱਢਾ ਜੀ ਨੂੰ ਬੁਲਾਇਆ। ਮਹਾਰਾਜ ਕਹਿੰਦੇ ਨੇ ਬਾਬਾ ਜੀ ਆ ਮਨਸਾ ਦੇਵੀ ਕਹਿੰਦੀ ਆ ਵੀ ਵਰ ਲੱਭਣਾ ਭਾਨੀ ਲਈ। ਫਿਰ ਇਹ ਕਹਿੰਦੀ ਹੈ ਉੱਚਾ ਹੋਵੇ, ਲੰਮਾ ਹੋਵੇ, ਸੋਹਣਾ ਹੋਵੇ, ਸੁਨੱਖਾ ਹੋਵੇ, ਸਾਊ ਹੋਵੇ, ਸ਼ਰੀਫ ਹੋਵੇ, ਕਮਾਊ ਹੋਵੇ। ਵੇਖਿਓ ਬਾਬਾ ਬੁੱਢਾ ਜੀ ਤੇ ਗੁਰੂ ਸਾਹਿਬ ਦੀ ਕਿੰਦਾ ਆਪੋ 'ਚ ਵਿਚਾਰ ਰਲਦੀ ਹੈ। ਬਾਬਾ ਬੁੱਢਾ ਜੀ ਕਹਿੰਦੇ ਨੇ ਫਿਰ ਉੱਚਾ ਹੋਵੇ, ਲੰਮਾ ਹੋਵੇ, ਸੋਹਣਾ ਸੁਨੱਖਾ ਹੋਵੇ, ਕਮਾਊ ਹੋਵੇ। ਤੇ ਬਾਬਾ ਜੀ ਕਹਿੰਦੇ ਵੀ ਲਾਹੌਰੀਆਂ ਦੇ ਮੁੰਡੇ ਵਰਗਾ ਤੇ ਲਾਹੌਰੀਆਂ ਦਾ ਮੁੰਡਾ ਹੀ ਆ। ਸਾਧ ਸੰਗਤ ਉੱਥੇ ਫਿਰ ਮਾਤਾ ਜੀ ਨੂੰ ਬੁਲਾਇਆ ਗਿਆ। ਨਾਨੀ ਮਾਤਾ ਨੂੰ ਛੰਨ ਪਾ ਕੇ ਰਹਿੰਦੀ ਸੀ। ਗੋਇੰਦਵਾਲ ਸਾਹਿਬ ਇੱਕ ਪਾਸੇ ਫਿਰ ਰਿਸ਼ਤਾ ਕਰ ਦਿੱਤਾ। ਵਿਆਹ ਤੋਂ ਥੋੜ੍ਹੇ ਦਿਨ ਪਹਿਲਾਂ ਮਾਤਾ ਜੀ ਕਹਿੰਦੇ ਨੇ ਮਹਾਰਾਜ ਲੋਕ ਧੀਆਂ ਨੂੰ ਕੁਛ ਦੇ ਕੇ ਤੋਰਦੇ ਨੇ, ਦਮਾਦ ਨੂੰ ਵੀ ਕੁਛ ਦਿੰਦੇ ਨੇ, ਅਸਾਂ ਕੀ ਦੇਣਾ ਹੈ ਰਾਮਦਾਸ ਨੂੰ? ਮਹਾਰਾਜ ਕਹਿੰਦੇ ਨੇ ਭਾਗਵਾਨ ਨੇ ਰਾਮਦਾਸ ਨੂੰ ਕੁਝ ਦੇਣਾ ਤੇ ਚਾਹੀਦਾ, ਪਰ ਇਹ ਨਾ ਹੋਵੇ ਜੋ ਕੁਝ ਰਾਮਦਾਸ ਨੂੰ ਦਈਏ ਉਹਦੇ ਕੰਮ ਦੀ ਚੀਜ਼ ਨਾ ਹੋਏ ਜਾਂ ਉਹਦੇ ਪਸੰਦ ਹੀ ਨਾ ਹੋਵੇ। ਰਾਮਦਾਸ ਨੂੰ ਉਹ ਚੀਜ਼ ਦੇਣੀ ਚਾਹੀਦੀ ਹੈ ਜਿਹੜੀ ਉਹਦੇ ਪਸੰਦ ਹੋਵੇ, ਉਹਨੂੰ ਪੁੱਛ ਕੇ ਦੇਣੀ ਚਾਹੀਦੀ। ਬੁਲਾ ਲਿਆ ਗੁਰੂ ਰਾਮਦਾਸ ਨੂੰ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪੁੱਤਰ ਤੇਰਾ ਵਿਆਹ ਕਰਨਾ, ਜੇ ਤੂੰ ਆਖੇ ਤੈਨੂੰ ਸੋਨੇ ਦੇ ਕੜਿਆਂ ਦੀ ਇੱਕ ਜੋੜੀ ਬਣਾ ਦਈਏ। ਗੁਰੂ ਰਾਮਦਾਸ ਮਹਾਰਾਜ ਹੱਥ ਜੋੜ ਕੇ ਕਹਿੰਦੇ ਹੈਗਾ ਕੋਈ ਦਿਮਾਗ ਦੁਨੀਆ 'ਚ ਅੱਜ ਕੱਲ੍ਹ ਇਹੋ ਜਿਹਾ? ਮਹਾਰਾਜ ਸੋਨਾ ਤੇ ਅਮੀਰ ਲੋਕਾਂ ਦਾ ਸ਼ੌਂਕ ਆ। ਮਹਾਰਾਜ ਮੈਂ ਤੇ ਘੁੰਗਣੀਆਂ ਵੇਚਣ ਵਾਲਾ ਗਰੀਬ ਆ, ਇਹ ਸੋਨਾ ਮੇਰੇ ਕਿਹੜੇ ਕੰਮ? ਹਜ਼ੂਰ ਕਹਿੰਦੇ ਪੁੱਤਰ ਜੇ ਤੂੰ ਆਖੇ ਤੈਨੂੰ ਘੋੜੀ ਲੈ ਦੀ, ਵਧੀਆ ਜੀ ਘੋੜੀ। ਆ ਜਿਹੜੇ ਦਾਜ ਦੇ ਲਾਲਚੀ ਕਾਰਾਂ ਮੰਗਦੇ ਨੇ ਮੂੰਹ ਪਾੜ ਪਾੜ ਕੇ ਉਹਨਾਂ ਨੂੰ ਬੇਨਤੀ ਕਰਾਂਗਾ ਆ ਗੱਲ ਧਿਆਨ ਨਾਲ ਸੁਣਿਓ। ਮਹਾਰਾਜ ਕਹਿੰਦੇ ਪੁੱਤਰ ਤੈਨੂੰ ਘੋੜੀ ਲੈ ਦੀ ਇੱਕ ਵਧੀਆ ਜੀ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪਿਤਾ ਜੀ ਘੋੜੀ ਤੇ ਅਮੀਰ ਲੋਕਾਂ ਦੇ ਸ਼ੌਂਕ ਹੁੰਦੇ ਨੇ, ਘੁੰਗਣੀਆਂ ਵੇਚਣ ਵਾਲਾ ਗਰੀਬ ਬੰਦਾ ਕੀ ਕਰੇਗਾ ਘੋੜੀ ਨੂੰ? ਤੀਸਰਾ ਬਚਨ ਫਿਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪੁੱਤਰ ਤੇਰਾ ਘਰ ਕੋਈ ਨਹੀਂ, ਜੇ ਤੂੰ ਆਖੇ ਤੈਨੂੰ ਘਰ ਬਣਾ ਦਈਏ ਇੱਕ ਵਧੀਆ ਜਿਹਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮਹਾਰਾਜ ਤੁਸੀਂ ਕਹਿੰਦੇ ਹੋ ਵੀ ਦੁਨੀਆ ਦੇ ਘਰ ਬਣਦੇ ਨੇ ਢਹਿ ਜਾਂਦੇ ਨੇ, ਬਣਦੇ ਨੇ ਢਹਿ ਜਾਂਦੇ ਨੇ, ਮੈਨੂੰ ਉਹ ਘਰ ਦਿਓ ਜਿਹਦੇ 'ਚ ਮੇਰਾ ਸਦਾ ਹੀ ਵਾਸਾ ਹੋ ਜਾਏ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਪੁੱਤਰਾ ਦੁਨੀਆ ਦੇ ਘਰ ਬਣਦੇ ਨੇ ਢਹਿ ਜਾਂਦੇ ਨੇ, ਬਣਦੇ ਨੇ ਢਹਿ ਜਾਂਦੇ ਨੇ। ਪੁੱਤਰਾ ਮੈਂ ਤੈਨੂੰ ਉਹ ਘਰ ਦਿਆਂਗਾ ਜਿਹਨੂੰ ਢਾਉਣ ਵਾਲੇ ਢਹਿ ਜਾਣਗੇ ਪਰ ਤੇਰਾ ਘਰ ਨਹੀਂ ਢਹੇਗਾ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ। ਸਾਧ ਸੰਗਤ ਫਿਰ ਵਿਆਹ ਹੋ ਗਿਆ। ਭੱਟ ਸਹਿਬਾਨ ਕਹਿੰਦੇ ਨੇ ਸਭ ਬਿਦ ਮਾਨਿਓ ਮਨ ਤਬ ਹੀ ਪਇਓ ਪਰਸਨ। ਜਦੋਂ ਹਰ ਪਾਸੇ ਤੋਂ ਮਨ ਮੰਨ ਗਿਆ ਨਾ ਗੁਰੂ ਅਮਰਦਾਸ ਮਹਾਰਾਜ ਦਾ, ਪਰਖ ਤੇ ਤੁਹਾਡਾ ਕੀ ਖਿਆਲ ਆ ਵੀ ਜਿਹੜੀ ਗੁਰੂ ਸਾਹਿਬ ਜੀ ਪਰਖ ਕਰਦੇ ਸੀ, ਭਾਈ ਲਹਿਣਾ ਜੀ ਦੀ ਪਰਖ ਵੱਡੇ ਗੁਰੂ ਜੀ ਨੇ ਕੀਤੀ। ਗੁਰੂ ਸਾਹਿਬ ਇਹ ਪਰਖ ਆਪਣੇ ਵਾਸਤੇ ਨਹੀਂ ਸੀ ਕਰਦੇ, ਗੁਰੂ ਜੀ ਨੂੰ ਪਤਾ ਸੀ ਵੀ ਇਹ ਗੁਰਤਾ ਗੱਦੀ ਦਾ ਕੌਣ ਹੈ ਹੱਕਦਾਰ। ਲੋਕਾਂ ਦੀ, ਪਰਿਵਾਰਾਂ ਦੀ, ਪੁੱਤਰਾਂ ਦੀ ਤਸੱਲੀ ਕਰਾਉਣ ਵਾਸਤੇ ਇਮਤਿਹਾਨ ਹੁੰਦੇ ਸਨ। ਗੁਰੂ ਰਾਮਦਾਸ ਉਸ ਇਮਤਿਹਾਨ ਵਿੱਚੋਂ ਪਾਸ ਹੋਏ। ਸਾਧ ਸੰਗਤ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਗਏ ਆ ਨਾ ਗੋਇੰਦਵਾਲ ਸਾਹਿਬ, ਬਾਬਾ ਸੁੰਦਰ ਜੀ ਗੋਇੰਦਵਾਲ ਸਾਹਿਬ ਰਹਿੰਦੇ ਸੀ। ਗੁਰੂ ਅਮਰਦਾਸ ਮਹਾਰਾਜ ਜੀ ਦੇ ਪੜਪੋਤਾ ਜੀ, ਬਾਬਾ ਮੋਹਰੀ ਜੀ ਦਾ ਪੁੱਤਰ ਬਾਬਾ ਆਨੰਦ ਜੀ ਦਾ ਪੁੱਤਰ ਬਾਬਾ ਸੁੰਦਰ। ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਜਾ ਕੇ ਕਹਿੰਦੇ ਵੀ ਗੁਰੂ ਰਾਮਦਾਸ ਮਹਾਰਾਜ ਮੇਰੇ ਹੁੰਦਿਆਂ ਜੋਤੀ ਜੋਤ ਸਮਾਏ ਨੇ। ਬਾਬਾ ਸੁੰਦਰ ਜੀ ਜਦੋਂ ਗੁਰੂ ਅਮਰਦਾਸ ਜੋਤੀ ਜੋਤ ਸਮਾਏ ਨੇ ਉਸ ਵੇਲੇ ਦੀ ਕੋਈ ਗਾਥਾ ਸੁਣਾਓ।
ਅੰਤਮ ਬਚਨ ਕੀ ਕੀਤੇ ਗੁਰੂ ਅਮਰਦਾਸ ਨੇ। ਫਿਰ ਜੋ ਬਾਬਾ ਸੁੰਦਰ ਜੀ ਨੇ ਦੱਸਿਆ ਉਹਨੂੰ ਗੁਰਬਾਣੀ ਦਾ ਰੂਪ ਦਿੱਤਾ ਗਿਆ। ਮਹਾਰਾਜ ਨੇ ਪਵਿੱਤਰ ਦ੍ਰਿਸ਼ਟੀ ਕੀਤੀ, ਫਿਰ ਬਾਬਾ ਸੁੰਦਰ ਜੀ ਨੇ ਬਾਣੀ ਦੇ ਰੂਪ ਵਿੱਚ ਉਹ ਸੁਣਾਇਆ ਜੋ ਅੰਤਮ ਬਚਨ ਹੋਇਆ ਸੀ। ਬਾਬਾ ਸੁੰਦਰ ਜੀ ਕਹਿੰਦੇ ਨੇ ਸਤਿਗੁਰੂ ਪ੍ਰਤੱਖ ਹੋਂਦੇ ਬਹਿਰਾਜ ਆਪ ਟਿਕਾਇਆ। ਇਹ ਗੁਰੂ ਅਰਜਨ ਸਾਹਿਬ ਨੂੰ ਬਚਨ ਸੁਣਾਏ। ਗੁਰੂ ਅਮਰਦਾਸ ਜੀ ਨੇ ਆਪਣੇ ਹੁੰਦਿਆਂ ਗੁਰੂ ਰਾਮਦਾਸ ਨੂੰ ਗੁਰਤਾ ਗੱਦੀ ਤੇ ਬਿਠਾ ਦਿੱਤਾ। ਗੁਰਤਾ ਗੱਦੀ ਤੇ ਬਿਠਾ ਕੇ 5 ਪੈਸੇ ਧਰ ਕੇ ਮੱਥਾ ਟੇਕ ਕੇ ਪਿੱਛੋਂ ਬਾਬਾ ਬੁੱਢਾ ਸਾਹਿਬ ਨੇ ਮੱਥਾ ਟੇਕਿਆ। ਫਿਰ ਸਭ ਸਿੱਖ ਬੰਧੂ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਾਰੇ ਮੇਰੇ ਸਿੱਖ ਰਿਸ਼ਤੇਦਾਰ ਪੁੱਤਰ ਸਾਰੇ ਮੱਥਾ ਟੇਕੋ ਗੁਰੂ ਰਾਮਦਾਸ। ਫਿਰ ਸਾਧ ਸੰਗਤ ਭੱਟ ਜੀ ਕਹਿੰਦੇ ਨੇ ਸਤਿਗੁਰ ਪੁਰਖ ਜੀ ਬੋਲਿਆ ਗੁਰ ਸਿੱਖਾਂ ਮੰਨ ਲਈ ਅਰਜਾਈ ਜੀਓ। ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਪੈਰੀ ਪਾਏ ਜੀਓ। ਸਭ ਤੋਂ ਪਹਿਲਾਂ ਫਿਰ ਪਰਿਵਾਰ ਵਿੱਚੋਂ ਬਾਬਾ ਮੋਹਰੀ ਜੀ ਉੱਠੇ, ਉਹਨਾਂ ਮੱਥਾ ਟੇਕ ਦਿੱਤਾ ਗੁਰੂ ਰਾਮਦਾਸ ਜੀ ਨੂੰ। ਸਭ ਪਵੇ ਪੈਰੀ ਸਤਿਗੁਰ ਕੇਰੀ ਜਿੱਥੇ ਗੁਰੂ ਆਪ ਰੱਖਿਆ। ਜਿੰਨੀ ਸੰਗਤ ਆਈ ਸੀ ਸਾਰੀ ਗੁਰੂ ਰਾਮਦਾਸ ਜੀ ਦੇ ਪੈਰੀ ਪੈ ਗਈ। ਕੋਈ ਕਰ ਬਖੀਲੀ ਨਿਵੇਂ ਨਾਹੀ। ਬਾਬਾ ਬੁੱਢਾ ਜੀ ਕਹਿਣ ਲੱਗੇ ਮਹਾਰਾਜ ਉਹ 3 ਕੁ ਸਿੱਖ ਬੈਠੇ ਨੇ, ਉਹ ਨਹੀਂ ਜੇ ਮੱਥਾ ਟੇਕਣ ਆਏ ਗੁਰੂ ਰਾਮਦਾਸ ਨੂੰ। ਮਹਾਰਾਜ ਈਰਖਾ ਵਿੱਚ ਨਹੀਂ ਆਏ ਮੱਥਾ ਟੇਕਣ। ਕੋਈ ਕਰ ਬਖੀਲੀ ਨਿਵੇਂ ਨਾਹੀ। ਫਿਰ ਸਤਿਗੁਰੂ ਆਣ ਨਵਾਇਆ ਗੁਰੂ ਅਮਰਦਾਸ ਮਹਾਰਾਜ ਫਿਰ ਆਪ ਉੱਠ ਕੇ ਗਏ ਤੇ ਉਹਨਾਂ 3 ਸਿੱਖਾਂ ਨੂੰ ਕਹਿੰਦੇ ਵੀ ਤੁਸੀਂ ਬੁਰੇ ਕਿਉਂ ਬਣਦੇ ਹੋ, ਤੁਸੀਂ ਈਰਖਾ ਕਿਉਂ ਕਰਦੇ ਹੋ। ਹਰ ਗੁਰਹੇ ਭਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਏ ਜੀਓ। ਜਿਹੜੀ ਵਡਿਆਈ ਰਾਮਦਾਸ ਨੂੰ ਮਿਲੀ ਹੈ ਇਹ ਤੇ ਪਰਮੇਸ਼ਰ ਨੇ ਉਹਨਾਂ ਦੇ ਧੁਰ ਤੋਂ ਭਾਗਾਂ 'ਚ ਲਿਖੀ ਹੋਈ ਸੀ। ਤੁਸੀਂ ਬੁਰੇ ਕਿਉਂ ਬਣਦੇ ਹੋ। ਕੋਈ ਕਰ ਬਖੀਲੀ ਨਿਵੇਂ ਨਾਹੀ। ਫਿਰ ਸਤਿਗੁਰੂ ਆਣ ਨਵਾਇਆ। ਫਿਰ ਗੁਰੂ ਰਾਮਦਾਸ ਮਹਾਰਾਜ ਨੂੰ ਉਹਨਾਂ ਵੀ ਆਣ ਕੇ ਮੱਥਾ ਟੇਕਿਆ। ਫਿਰ ਬਾਬਾ ਸੁੰਦਰ ਜੀ ਕਹਿੰਦੇ ਨੇ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਇਆ। ਸਾਰਾ ਜਗਤ ਪੈਰੀ ਪੈ ਗਿਆ, ਮਾਇਆ ਦਾ ਮੀਂਹ ਵਰ ਗਿਆ। ਫਿਰ ਪਹਿਲਾ ਸ਼ਬਦ ਉਚਾਰਨ ਕੀਤਾ ਗੁਰੂ ਰਾਮਦਾਸ ਮਹਾਰਾਜ ਨੇ। ਇੰਨੇ ਵਿਰਾਗੀ ਹੋਏ ਲਾਹੌਰ ਦੀਆਂ ਗਲੀਆਂ ਚੇਤੇ ਆ ਗਈਆਂ, ਬਾਸਰਕੇ ਦੀਆਂ ਗਲੀਆਂ ਚੇਤੇ ਆਈਆਂ। ਫਿਰ ਪਹਿਲਾ ਸ਼ਬਦ ਇਹ ਉਚਾਰਨ ਕੀਤਾ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਨੋ ਆਪੇ। ਹੇ ਗੁਰੂ ਅਮਰਦਾਸ ਮਹਾਰਾਜ ਆ ਜਿਹੜਾ ਮਾਇਆ ਦਾ ਮੀਂਹ ਵਰ ਗਿਆ, ਸ੍ਰਿਸ਼ਟੀ ਝੁਕ ਗਈ ਸਾਰੀ। ਹੇ ਗੁਰੂ ਅਮਰਦਾਸ ਮਹਾਰਾਜ ਇਹਨਾਂ ਲੋਕਾਂ ਨੂੰ ਤੇ ਨਹੀਂ ਪਤਾ, ਪਰ ਤੁਹਾਨੂੰ ਤੇ ਪਤਾ ਨਾ ਜੋ ਮੇਰੀ ਹਾਲਤ ਸੀ। ਜਿਸ ਤਰ੍ਹਾਂ ਮੈਂ ਤੁਹਾਡੇ ਪਿੰਡ ਬਾਸਰ ਕੇ ਆਇਆ ਸਾਂ ਤੈਨੂੰ ਤੇ ਪਤਾ ਹੀ ਆ ਨਾ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਨੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਭੱਟ ਜੀ ਕਹਿੰਦੇ ਨੇ ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਸ੍ਰਿਸ਼ਟੀ ਨੂੰ ਤਾਰਨ ਵਾਸਤੇ ਫਿਰ ਸਾਧ ਸੰਗਤ ਗੁਰੂ ਰਾਮਦਾਸ ਮਹਾਰਾਜ ਨੂੰ ਵਡਿਆਈ ਮਿਲ ਗਈ। ਗੁਰਤਾ ਗੱਦੀ ਤੇ ਬੈਠ ਗਏ। 31 ਰਾਗ ਨੇ ਗੁਰੂ ਗ੍ਰੰਥ ਸਾਹਿਬ 'ਚ। ਇੱਕ ਰਾਗ ਜੈਜਵੰਤੀ ਗੁਰੂ ਤੇਗ ਬਹਾਦਰ ਸਾਹਿਬ ਦਾ ਉਚਾਰਨ ਕੀਤਾ ਔਰ 30 ਰਾਗਾਂ ਵਿੱਚ ਗੁਰੂ ਰਾਮਦਾਸ ਮਹਾਰਾਜ ਨੇ ਬਾਣੀ ਉਚਾਰਨ ਕੀਤੀ। 30 ਰਾਗਾਂ ਵਿੱਚ ਸਾਧ ਸੰਗਤ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਉਹਨਾਂ ਨੇ ਫਿਰ ਅਕਬਰ ਨੂੰ ਆਖਿਆ ਸੀ ਜਦੋਂ ਹਿੰਦੂ ਭਰਾ ਮਰ ਜਾਏ ਉਹਦੀ ਇਸਤਰੀ ਨੂੰ ਨਾਲ ਹੀ ਸਾੜਿਆ ਜਾਂਦਾ, ਸਤੀ ਦੀ ਰਸਮ ਬੰਦ ਕਰਨੀ ਜੀ। ਉਦੋਂ 23 ਸਾਲ ਦੀ ਉਮਰ ਸੀ। ਗੁਰੂ ਰਾਮਦਾਸ ਜੀ ਜੋ ਬਟਾਲੇ ਅਕਬਰ ਨੂੰ ਮਿਲਣ ਵਾਸਤੇ ਘੱਲਿਆ ਗੁਰੂ ਅਮਰਦਾਸ ਮਹਾਰਾਜ ਨੇ। ਸਾਧ ਸੰਗਤ ਸੋਢੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਸਾਰੀ ਸ੍ਰਿਸ਼ਟੀ ਨੂੰ ਤਾਰਨ ਵਾਸਤੇ ਸਾਧ ਸੰਗਤ ਬੜੀਆਂ ਸਾਡੇ ਸਾਹਮਣੇ ਉਹ ਘਟਨਾਵਾਂ ਆਈਆਂ। ਕਿਸੇ ਦਾ ਕੈਂਸਰ ਠੀਕ ਹੋ ਗਿਆ, ਕਿਸੇ ਦੀ ਨਜ਼ਰ ਵਾਪਸ ਆ ਗਏ। ਸਾਧ ਸੰਗਤ ਗੁਰੂ ਵਾਸਤੇ ਗੁਰੂ ਸਾਡਾ ਸਮਰੱਥ ਹੈ। ਗੁਰੂ ਵਾਸਤੇ ਕੁਛ ਵੀ ਨਹੀਂ। ਗੁਰੂ ਵਾਸਤੇ ਕੋਈ ਬਹੁਤੀ ਵੱਡੀ ਗੱਲ ਨਹੀਂ, ਪਰ ਅਸੀਂ
ਇਹ ਕਹਿੰਦੇ ਜੀ ਫਲਾਣੇ ਦਾ ਕੈਂਸਰ ਹਟ ਗਿਆ, ਫਲਾਣੇ ਦੀ ਨਜ਼ਰ ਵਾਪਸ ਆ ਗਈ। ਗੁਰੂ ਸਮਰੱਥ ਹੈ, ਗੁਰ ਕਰਤਾ ਗੁਰ ਕਰਨੇ ਜੋਗ। ਪਰ ਸਾਨੂੰ ਇਹ ਨਹੀਂ ਨਾ ਪਤਾ, ਉਹਨਾਂ ਦਾ ਸਾਨੂੰ ਪਤਾ ਜਿਨ੍ਹਾਂ ਦੇ ਕੈਂਸਰ ਠੀਕ ਹੋ ਗਏ, ਨਜ਼ਰਾਂ ਵਾਪਸ ਆ ਗਈਆਂ। ਪਰ ਸਾਧ ਸੰਗਤ ਸਾਨੂੰ ਇਹ ਨਹੀਂ ਨਾ ਪਤਾ ਵੀ ਜਿਹੜੇ ਅਸੀਂ ਗੁਰੂ ਰਾਮਦਾਸ ਦੇ ਦਰ ਤੇ ਉਹਦੀ ਕਿਰਪਾ ਨਾਲ ਟਿਕੇ ਆ, ਜਿਹੜੇ ਅਸੀਂ ਗੁਰੂ ਰਾਮਦਾਸ ਦੀ ਦੀਦਾਰ ਕਰਨ ਦਾ ਸਾਨੂੰ ਭਾਗਾਂ ਨਾਲ ਸੁਭਾਗ ਪ੍ਰਾਪਤ ਹੋਇਆ, ਸਾਨੂੰ ਇਹ ਨਹੀਂ ਨਾ ਪਤਾ। ਕੀ ਪਤਾ ਸਾਡੇ ਵਿੱਚੋਂ ਕਿੰਨਿਆਂ ਨੂੰ ਕਿਹੜੀ ਕਿਹੜੀ ਬਿਮਾਰੀ ਲੱਗਣੀ ਸੀ, ਗੁਰੂ ਰਾਮਦਾਸ ਦੇ ਚਰਨ ਫੜ ਕਰਕੇ ਨਹੀਂ ਲੱਗੀ। ਪਤਾ ਨਹੀਂ ਕਿੰਨੇ ਕੈਂਸਰ ਤੋਂ ਬਚੇ। ਜਿਨ੍ਹਾਂ ਨੂੰ ਕੈਂਸਰ ਹੋ ਗਿਆ ਉਹ ਠੀਕ ਹੋ ਗਏ, ਉਹਨਾਂ ਦਾ ਤੇ ਪਤਾ। ਬੰਦਾ ਸੋਚਦਾ ਵੀ ਮੈਨੂੰ ਥੋੜਾ ਕੈਂਸਰ ਹੋਣਾ ਸੀ, ਮੇਰੀ ਨਜ਼ਰ ਥੋੜੀ ਜਾਣੀ ਸੀ, ਇਹ ਤੇ ਉਹਨਾਂ ਨੂੰ ਕੈਂਸਰ ਹੋ ਗਿਆ ਠੀਕ। ਨਾ ਭਾਈ, ਕੋਈ ਪਤਾ ਨਹੀਂ ਸਾਡੇ ਕਿੰਨੇ ਰੋਗ ਜਿਹੜੇ ਲੱਗਣੇ ਸੀ, ਗੁਰੂ ਰਾਮਦਾਸ ਨੇ ਬਚਾ ਲਏ। ਸੋਢੀ ਸਿੱਠ ਸਗਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਗੁਰੂ ਰਾਮਦਾਸ ਮਹਾਰਾਜ ਨੂੰ ਵਡਿਆਈ ਮਿਲ ਗਈ। ਭੁੱਲ ਚੁੱਕ ਦੀ ਖਿਮਾ, ਹੁਣ ਸਮਾਂ ਹੋ ਗਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ। ਪਰ ਮੈਂ ਇੱਕ ਬੇਨਤੀ ਕਰਾਂਗਾ, ਗੁਰੂ ਰਾਮਦਾਸ ਜੀ ਦੇ ਦਰ ਨੂੰ ਤੋੜਨ ਵਾਸਤੇ ਇੱਕ ਨਹੀਂ ਹਜ਼ਾਰਾਂ ਕੋਸ਼ਿਸ਼ਾਂ ਹੋ ਰਹੀਆਂ ਗੁਰੂ ਰਾਮਦਾਸ ਦੇ ਦਰ ਨੂੰ ਤੋੜਨ ਵਾਸਤੇ। ਤੁਹਾਨੂੰ ਸੁਚੇਤ ਰਹਿਣਾ ਚਾਹੀਦਾ ਹੈ। ਗੁਰੂ ਕਿਰਪਾ ਕਰੇ, ਗੁਰੂ ਬਖਸ਼ਣਹਾਰ, ਗੁਰੂ ਕੀ ਸੰਗਤ ਬਖਸ਼ਣਹਾਰ। ਬਾਬਾ ਕਸ਼ਮੀਰ ਸਿੰਘ ਹੋਰੀ ਪੂਰੀ ਵਾਲੇ ਬਾਬਿਆਂ ਦਾ, ਉਹਨਾਂ ਦੇ ਸਾਰੇ ਜਥੇ ਦਾ ਬਹੁਤ ਧੰਨਵਾਦ। ਸਿੰਘ ਸਾਹਿਬ ਆਏ ਨੇ ਜੀ ਆਖਦੇ ਹਾਂ। ਹੈੱਡ ਪ੍ਰਚਾਰਕ ਗਿਆਨੀ ਜਗਦੇਵ ਸਿੰਘ ਜੀ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਬਾਖੂਬੀ ਸੇਵਾ ਨਿਭਾ ਰਹੇ ਨੇ, ਦੇਸ਼ਾਂ ਵਿਦੇਸ਼ਾਂ ਯਾਤਰਾ ਕਰਦੇ ਨੇ। ਸਾਡੇ ਮੈਂਬਰ ਸਾਹਿਬ ਜੀ ਸਰਦਾਰ ਬਾਬਾ ਸਿੰਘ ਜੀ ਗਮਾਨਪੁਰ, ਅੰਤਰ ਕਮੇਟੀ ਮੈਂਬਰ, ਸਾਰਿਆਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ। ਅਗਲਾ ਪ੍ਰੋਗਰਾਮ ਸਰਵਣ ਕਰੋ। ਸਾਰੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਸ਼ਹੂਰ, ਪੰਥ ਪ੍ਰਸਿੱਧ ਕਥਾਵਾਚਕ